ਪਿਆਰੇ ਦਰਸ਼ਕੋ, ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਦੇ ਵਚਨ ਦੀ ਰੋਸ਼ਨੀ ਦੇ ਵਿੱਚ ਲਗਾਤਾਰ ਆਤਮਿਕ ਗਿਆਨ ਵਿੱਚ ਅੱਗੇ ਵਧਦੇ ਜਾ ਰਹੇ ਹਾਂ। ਅਸੀਂ ਉਹਦਾ ਧੰਨਵਾਦ ਕਰਦੇ ਹਾਂ ਕਿ ਇੱਕ ਵਾਰੀ ਫੇਰ ਤੋਂ ਉਸਨੇ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਮਿਲਣ ਦਾ ਮੌਕਾ ਬਖਸ਼ਿਆ। ਦੋਸਤੋ, ਮੈਂ ਤੁਹਾਡੇ ਸਾਹਮਣੇ ਯਹੂਨਾ ਦੀ ਅੰਜੀਲ ਦੇ ਪਹਿਲੇ ਅਧਿਆਇ ਦੇ ਕੁਝ ਆਇਤਾਂ ਨੂੰ ਰੱਖਣ ਜਾ ਰਿਹਾ। ਇਹਨਾਂ ਵਚਨਾਂ ਦੇ ਉੱਤੇ ਗੌਰ ਕਰੋ। ਆਦ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ। ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਣ ਵਿੱਚ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਰਚੀ ਗਈ। ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ। ਅੱਗੇ ਲਿਖਿਆ ਹੈ ਕਿ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਜੀ ਹਾਂ ਦੋਸਤੋ, ਅਸੀਂ ਜਗਤ ਦੇ ਚਾਨਣ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਗੱਲ ਕਰ ਰਹੇ ਹਾਂ। ਪ੍ਰਭੂ ਯਿਸੂ ਜੀ ਨੇ ਆਪਣੇ ਉਪਦੇਸ਼ਾਂ ਦੇ ਵਿੱਚ ਹਮੇਸ਼ਾ ਮਨੁੱਖ ਜਾਤੀ ਨੂੰ ਇੱਕ ਧਰਮੀ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ ਹੈ। ਇਨਸਾਨ ਪਰਮੇਸ਼ਰ ਦੁਆਰਾ ਰਚੀ ਗਈ ਸਭ ਤੋਂ ਸ੍ਰੇਸ਼ਟ ਅਤੇ ਅਨਮੋਲ ਰਚਨਾ ਹੈ ਅਤੇ ਪ੍ਰਭੂ ਯਿਸੂ ਜੀ ਆਪਣੇ ਉਪਦੇਸ਼ਾਂ ਵਿੱਚ ਇਸ ਗੱਲ ਨੂੰ ਮਨੁੱਖ ਜਾਤੀ ਨੂੰ ਯਾਦ ਕਰਵਾਉਂਦੇ ਹਨ ਕਿ ਉਹ ਆਪਣੇ ਆਪ ਨੂੰ ਪਹਿਚਾਨਣ ਕਿ ਉਹ ਕਿੰਨੇ ਮਹੱਤਵਪੂਰਨ ਹਨ ਅਤੇ ਪ੍ਰਭੂ ਯਿਸੂ ਉਹਨਾਂ ਨੂੰ ਧਰਮੀ ਜੀਵਨ ਜੀਣ ਦੇ ਲਈ ਚੁਣੌਤੀ ਦਿੰਦੇ ਹਨ। ਇਸ ਸਿਲਸਿਲੇ ਵਿੱਚ ਗੱਲਬਾਤ ਕਰਦੇ ਹੋਏ ਪ੍ਰਭੂ ਯਿਸੂ ਜੀ ਲੂਣ ਅਤੇ ਚਾਨਣ ਦੇ ਉਦਾਹਰਨਾਂ ਨੂੰ ਇਸਤੇਮਾਲ ਕਰਦੇ ਹਨ। ਇਨਸਾਨ ਨੂੰ ਉਸ ਦੀ ਖਾਸੀਅਤ ਸਮਝਾਉਂਦੇ ਹਨ। ਤਾਂ ਫਿਰ ਦੋਸਤੋ, ਆਓ ਆਪਣੇ ਅਧਿਐਨ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਆਪਣੇ ਮਨਾਂ ਨੂੰ ਤਿਆਰ ਕਰਦੇ ਹੋਏ ਇਸ ਭਜਨ ਨੂੰ ਸੁਣਦੇ ਹਾਂ ਅਤੇ ਫਿਰ ਸਿੱਖਦੇ ਹਾਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਕੋਲੋਂ ਲੂਣ ਅਤੇ ਚਾਨਣ ਬਾਰੇ। ਆਈਆਂ
ਪਰਖਦੀਆਂ ਈਮਾਨ ਪਰਖਿਆ ਜਾਵੇਗਾ ਤੇਰਾ ਈਮਾਨ ਤੇਰਾ ਈਮਾਨ ਤੇਰਾ ਈਮਾਨ ਮੇਰਾ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਕਈ ਲੋਕ ਤੁਹਾਡੇ ਆਲੇ ਦੁਆਲੇ ਕਈ ਸਾਲਾਂ ਤੱਕ ਤੁਹਾਡੇ ਨਾਲ ਰਹਿੰਦੇ ਹਨ, ਪਰ ਦੂਜਿਆਂ ਨੂੰ ਪ੍ਰਗਟ ਨਹੀਂ ਕਰਦੇ ਕਿ ਉਹ ਮਸੀਹੀ ਹਨ। ਉਸ ਆਦਮੀ ਨੇ ਆਪਣੇ ਅੰਦਰ ਦੇ ਲੂਣੀ ਸਵਾਦ ਗਵਾ ਦਿੱਤਾ ਸੀ। ਉਸ ਦੇ ਮਸੀਹ ਜੀਵਨ ਵਿੱਚ ਕੋਈ ਖੁਸ਼ਬੂ ਨਹੀਂ ਸੀ। ਉਹ ਬੇਸਵਾਦਾ ਲੂਣ ਸੀ। ਉਹ ਕਿਸੇ ਆਦਮੀ ਨੂੰ ਖਿੱਚ ਕੇ ਯਿਸੂ ਕੋਲ ਨਹੀਂ ਲਿਆ ਸਕਿਆ। ਜਦ ਮੈਂ ਆਪਣੇ ਚਾਚੇ ਕੋਲ ਰਹਿਣ ਵਾਸਤੇ ਜਾਂਦਾ ਹੁੰਦਾ ਸੀ, ਜੋ ਇੱਕ ਕਿਸਾਨ ਹੈ, ਉੱਥੇ ਮੈਂ ਇੱਕ ਕੰਮ ਕਰਦਾ ਸੀ ਕਿ ਲੂਣ ਲੈ ਕੇ ਖੇਤ ਵਿੱਚ ਸੁੱਟ ਦਿੰਦਾ ਸੀ। ਮੈਂ ਇਸ ਗੱਲ ਨੂੰ ਨਹੀਂ ਸਮਝਦਾ ਸੀ, ਇਸ ਲਈ ਆਪਣੇ ਚਾਚੇ ਨੂੰ ਇਸ ਦਾ ਮਕਸਦ ਪੁੱਛਿਆ। ਉਸਨੇ ਕਿਹਾ, ਗਾਵਾਂ ਇਹਨਾਂ ਨੂੰ ਚੱਟ ਲੈਂਦੀਆਂ ਹਨ ਤਾਂ ਉਹਨਾਂ ਨੂੰ ਪਿਆਸ ਲੱਗ ਜਾਂਦੀ ਹੈ। ਇਹ ਉਹਨਾਂ ਦੀ ਪਿਆਸ ਨੂੰ ਜਗਾਉਂਦੀਆਂ ਹਨ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਬਾਰੇ ਕੋਈ ਐਸੀ ਚੀਜ਼ ਹੈ ਜੋ ਤੁਹਾਡੇ ਅੰਦਰ ਯਿਸੂ ਨੂੰ ਜਾਣਨ ਦੀ ਪਿਆਸ ਪੈਦਾ ਕਰਦੀ ਹੈ। ਯਿਸੂ ਨੇ ਆਖਿਆ, ਤੁਸੀਂ ਧਰਤੀ ਦੇ ਲੂਣ ਹੋ। ਆਪਣੇ ਲੂਣੀ ਸਵਾਦ ਨੂੰ ਨਾ ਗਵਾ ਦੇਵੋ। ਆਪਣੇ ਬਾਰੇ ਸੰਦੇਹ ਨਾ ਕਰੋ ਕਿ ਤੁਸੀਂ ਮਸੀਹ ਵਿੱਚ ਕੌਣ ਹੋ। ਜਗਤ ਵਿੱਚ ਆਪਣੇ ਜੀਵਨ ਇਸ ਤਰ੍ਹਾਂ ਬਤੀਤ ਕਰੋ ਕਿ ਲੋਕ ਜਾਣ ਸਕਣ ਕਿ ਤੁਸੀਂ ਕੌਣ ਹੋ ਅਤੇ ਉਹ ਕਹਿ ਸਕਣ ਕਿ ਤੁਸੀਂ ਆਮ ਲੋਕਾਂ ਤੋਂ ਵੱਖਰੇ ਹੋ। ਲੂਕਾ 14 ਅਧਿਆਇ 34 ਔਰ 35 ਵਚਨ ਆਖਦਾ ਹੈ, ਲੂਣ ਤਾਂ ਚੰਗਾ ਹੈ, ਪਰ ਜੇ ਲੂਣ ਬੇਸਵਾਦਾ ਹੋ ਜਾਵੇ ਤਾਂ ਕਾਹਦੇ ਨਾਲ ਸਵਾਦ ਕੀਤਾ ਜਾਵੇਗਾ। ਉਹ ਨਾ ਖੇਤ ਨਾ ਰੂੜੀ ਦੇ ਕੰਮ ਆਉਂਦਾ ਹੈ। ਲੋਕ ਉਹਨਾਂ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹਦੇ ਸੁਣਦੇ ਕੰਨ ਹਨ ਉਹ ਸੁਣ ਲਵੇ। ਇਹੀ ਪਹਿਲੀ ਗੱਲ ਹੈ ਜਿਸ ਬਾਰੇ ਯਿਸੂ ਸਾਨੂੰ ਦੱਸ ਰਿਹਾ ਹੈ ਕਿ ਅਸੀਂ ਜਗਤ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਅਸੀਂ ਲੋਕਾਂ ਦੇ ਛੁਟਕਾਰੇ ਦੀ ਸੇਵਕਾਈ ਕਰਨੀ ਹੈ। ਅਸੀਂ ਜਗਤ ਦੇ ਲੂਣ ਹਾਂ। ਨੰਬਰ 2, ਜੋਤੀ, ਚਾਨਣ ਦੀ ਸੇਵਕਾਈ। ਤਦ ਉਸਨੇ ਆਖਿਆ, ਤੁਸੀਂ ਜਗਤ ਦੇ ਚਾਨਣ ਹੋ। ਸਾਡੇ ਕੋਲ ਜੋਤੀ ਦੀ ਸੇਵਕਾਈ ਹੋਣੀ ਚਾਹੀਦੀ ਹੈ। ਬਚਾਉਣ ਦੀ ਸੇਵਕਾਈ ਸਣ ਤੋਂ ਬਚਾਉਣ ਦੀ ਹੈ। ਚਾਨਣ ਦੀ ਸੇਵਕਾਈ ਹਨੇਰੇ ਵਿੱਚ ਰੋਸ਼ਨੀ ਪੈਦਾ ਕਰਦੀ ਹੈ। ਗੌਰ ਕਰੋ ਇਸ ਬਾਰੇ ਯਿਸੂ ਐਤ 14 ਵਿੱਚ ਕਿਸ ਤਰ੍ਹਾਂ ਕਹਿੰਦਾ ਹੈ, ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ। 15 ਐਤ, ਅਤੇ ਦੀਵਾ ਬਾਲ ਕੇ ਟੋਪੇ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖ ਦੇਣ ਤਾਂ ਉਹਨਾਂ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸ਼ੁਭ ਕੰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਇੱਕ ਮੌਕੇ ਤੇ ਯਿਸੂ ਨੇ ਕਿਹਾ, ਮੈਂ ਜਗਤ ਦਾ ਚਾਨਣ ਹਾਂ। ਜਿਹੜੇ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ, ਸਗੋਂ ਉਹਦੇ ਕੋਲ ਜਿਉਣ ਦਾ ਚਾਨਣ ਹੋਵੇਗਾ। ਯਹੂਨਾ 8 ਅਧਿਆਇ 12 ਵਚਨ। ਕੁਝ ਹੀ ਦੇਰ ਬਾਅਦ ਜਦ ਉਹ ਕਰੂਜ਼ ਦੇ ਨੇੜੇ ਜਾ ਰਿਹਾ ਸੀ ਤਾਂ ਉਸ ਨੇ ਆਖਿਆ, ਜਗਤ ਦਾ ਚਾਨਣ ਮੈਂ ਹਾਂ। ਅਤੇ ਬਾਅਦ ਵਿੱਚ ਜਦ ਉਹ ਕਰੂਜ਼ ਤੇ ਸੀ ਉਸ ਨੇ ਆਖਿਆ, ਹੁਣ ਜਗਤ ਦੇ ਚਾਨਣ ਤੁਸੀਂ ਹੋ। ਅਸੀਂ ਜਗਤ ਦੇ ਚਾਨਣ ਹਾਂ। ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਇਸ ਹਫ਼ਤੇ ਯਿਸੂ ਨੂੰ ਵੇਖਿਆ? ਨਹੀਂ, ਤੁਸੀਂ ਨਹੀਂ ਵੇਖਿਆ। ਕੇਵਲ ਉਹ ਯਿਸੂ ਜਿਸ ਨੂੰ ਹੁਣ ਕਦੇ ਤੁਸੀਂ ਵੇਖੋਗੇ, ਉਹ ਲੋਕਾਂ ਵਿੱਚ ਆਪਣੇ ਆਪ ਨੂੰ ਪ੍ਰਗਟ ਕਰੇਗਾ ਜੋ ਉਸ ਨੂੰ ਜਾਣਦੇ ਹਨ। ਜਦ ਉਹ ਜਗਤ ਵਿੱਚ ਸੀ, ਉਹ ਜਗਤ ਦਾ ਚਾਨਣ ਸੀ ਅਤੇ ਖੁਸ਼ਬੂ ਦੇ ਰੂਪ ਵਿੱਚ ਉਹ ਅੱਜ ਵੀ ਹੈ। ਪਰ ਸੱਚਾਈ ਅਸਲ ਇਹ ਹੈ, ਇਸ ਧਰਤੀ ਉੱਤੇ ਅਸੀਂ ਹੀ ਜਗਤ ਦੇ ਚਾਨਣ ਹਾਂ। ਕੇਵਲ ਉਹ ਚਾਨਣ ਜੋ ਜਗਤ ਕਦੇ ਵੇਖੇਗਾ, ਜੋ ਸਾਡੇ ਵਿੱਚ ਚਮਕੇਗਾ ਅਤੇ ਯਿਸੂ ਨੂੰ ਪ੍ਰਗਟ ਕਰੇਗਾ। ਹੁਣ ਯਿਸੂ ਆਖਦਾ ਹੈ, ਆਪਣੇ ਚਾਨਣ ਨੂੰ ਨਾ ਛੁਪਾਓ। ਇਹ ਤਾਂ ਬਿਜਲੀ ਦੀ ਤਰ੍ਹਾਂ ਖੋਜ ਤੋਂ ਪਹਿਲਾਂ ਹੀ ਸੀ। ਪੁਰਾਣੇ ਉਸ ਵਕਤ ਵਿੱਚ ਜੋ ਪ੍ਰਕਾਸ਼ ਦਾ ਸਾਧਨ ਸੀ ਉਹ ਮੋਮਬੱਤੀ ਸੀ। ਉਹ ਆਖਦਾ ਹੈ, ਜੇ ਤੁਸੀਂ ਚਾਨਣ ਬਣਨਾ ਚਾਹੁੰਦੇ ਹੋ ਤਾਂ ਉਹ ਚਾਨਣ ਨਾ ਬਣੋ ਜੋ ਕਿਸੇ ਕੋਨੇ ਤੱਕ ਹੀ ਸੀਮਤ ਰਹੇ। ਮੋਮਬੱਤੀ ਦੇ ਉੱਪਰ ਵਾਲੇ ਚਾਨਣ ਦੀ ਤਰ੍ਹਾਂ ਬਣੋ ਜਿਹਨੂੰ ਹਰੇਕ ਕੋਈ ਵੇਖ ਸਕਦਾ ਹੈ। ਹਨੇਰੇ ਵਿੱਚ ਚਮਕੋ ਤਾਂ ਕਿ ਨਜ਼ਰ ਆ ਸਕੋ। ਮੈਂ ਇਹਨਾਂ ਗੱਲਾਂ ਨੂੰ ਇਸ ਤਰੀਕੇ ਨਾਲ ਲਿਖ ਕੇ ਸਮਝਾਉਣਾ ਚਾਹੁੰਦਾ ਹਾਂ। ਊੜਾ ਭਾਗ, ਚਾਨਣ ਦੀ ਪ੍ਰਧਾਨਤਾ। ਚਾਨਣ ਦੀ ਮਹੱਤਤਾ ਜਦ ਅਸੀਂ ਜਗਤ ਵਿੱਚ ਗਵਾਹੀ ਦਿੰਦੇ ਹਾਂ ਤਾਂ ਸਾਡੀ ਗਵਾਹੀ ਮੋਮਬੱਤੀ ਦੇ ਚਾਨਣ ਵਾਂਗੂ ਸਪਸ਼ਟ ਨਜ਼ਰ ਆਉਣੀ ਚਾਹੀਦੀ ਹੈ ਤਾਂ ਕਿ ਹਰੇਕ ਕੋਈ ਇਸ ਨੂੰ ਵੇਖ ਸਕੇ। ਚਾਨਣ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਥੋੜੀ ਦੂਰ ਤੱਕ ਹੀ ਰੋਸ਼ਨੀ ਦੇਵੇ। ਚਾਨਣ ਵੱਧ ਤੋਂ ਵੱਧ ਰੋਸ਼ਨੀ ਦੇ ਸਕੇ। ਮੇਰੇ ਕਹਿਣ ਦਾ ਮਤਲਬ ਹੈ, ਅਨੋਖਾ ਚਾਨਣ ਕੁਝ ਮਸੀਹ ਸੋਚਦੇ ਹਨ ਕਿ ਅਸੀਂ ਵਿਸ਼ੇਸ਼ ਲੋਕ ਹਾਂ ਅਤੇ ਆਪਣੇ ਆਪ ਨੂੰ ਖਾਸ ਸਮਝਦੇ ਹਾਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਅਨੋਖੇ ਹਾਂ। ਮੇਰਾ ਮਤਲਬ ਹੈ ਕਿ ਅਸੀਂ ਕਿਤੇ ਵੀ ਹੋਈਏ, ਕਿਸੇ ਰੂਪ ਵਿੱਚ ਹੋਈਏ, ਪਰ ਵੱਧ ਤੋਂ ਵੱਧ ਚਾਨਣ ਦਈਏ ਜਿੰਨਾ ਚਾਨਣ ਦੇ ਸਕਦੇ ਹਾਂ।
ਐੜਾ ਭਾਗ ਚਾਨਣ ਦਾ ਮਕਸਦ। ਤਦ ਉਹ ਚਾਨਣ ਦਾ ਮਕਸਦ ਦੀ ਗੱਲ ਕਰਦਾ ਹੈ। ਤੁਹਾਨੂੰ ਮੋਮਬੱਤੀ ਦੀ ਪ੍ਰਕਿਰਤੀ ਜਾਂ ਸੁਭਾਅ ਨੂੰ ਸਮਝਣਾ ਪਵੇਗਾ। ਯਿਸੂ ਦੇ ਦਿਨਾਂ ਵਿੱਚ ਮੋਮਬੱਤੀ ਦਾ ਜੋ ਮਕਸਦ ਸੀ, ਅੱਜ ਉਹ ਨਹੀਂ ਹੈ। ਅੱਜ ਸਾਡੇ ਘਰਾਂ ਵਿੱਚ ਬਹੁਤ ਖੂਬਸੂਰਤ ਮੋਮਬੱਤੀਆਂ ਹਨ। ਅੱਜ ਮੈਂ ਘਰ ਆ ਕੇ ਰਾਤ ਨੂੰ ਸਾਰੀਆਂ ਮੋਮਬੱਤੀਆਂ ਨੂੰ ਨਹੀਂ ਜਗਾਉਂਦਾ ਤਾਂ ਕਿ ਸਾਨੂੰ ਚਾਨਣ ਮਿਲੇ। ਅਸੀਂ ਤਾਂ ਮੋਮਬੱਤੀਆਂ ਨੂੰ ਕੇਵਲ ਵੇਖਣ ਵਾਸਤੇ ਹੀ ਖਰੀਦਦੇ ਹਾਂ, ਕਿਉਂ ਜੋ ਉਹ ਖੂਬਸੂਰਤ ਲੱਗਦੀਆਂ ਹਨ, ਸਾਡੇ ਡਿਨਰ ਟੇਬਲ ਦੀਆਂ ਸ਼ੋਭਾ ਵਧਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਹਨ। ਪਰ ਯਿਸੂ ਦੇ ਸਮੇਂ ਵਿੱਚ ਮੋਮਬੱਤੀਆਂ ਹੀ ਕੇਵਲ ਚਾਨਣ ਲੈਣ ਦਾ ਸਾਧਨ ਸੀ। ਮੋਮਬੱਤੀਆਂ ਦਾ ਕੀ ਮਕਸਦ ਸੀ? ਕਿ ਅਸੀਂ ਮੋਮਬੱਤੀ ਨੂੰ ਵੇਖ ਸਕੀਏ ਜਾਂ ਮੋਮਬੱਤੀ ਨੂੰ ਜਗਾ ਕੇ ਦੂਸਰਿਆਂ ਨੂੰ ਚਾਨਣ ਦੇ ਸਕੀਏ। ਇਸ ਜਗਤ ਵਿੱਚ ਚਾਨਣ ਲਈ ਮੋਮਬੱਤੀ ਦੀ ਤਰ੍ਹਾਂ ਸਾਡਾ ਕੀ ਮਕਸਦ ਹੈ? ਕਿ ਲੋਕ ਸਾਡੇ ਵੱਲ ਵੇਖ ਸਕਣ ਅਤੇ ਆਖਣ, ਵਾਹ, ਬਹੁਤ ਹੀ ਅੱਛੇ ਮਸੀਹੀ। ਨਹੀਂ, ਮੋਮਬੱਤੀ ਦਾ ਇਹ ਮਕਸਦ ਹੈ ਕਿ ਅਸੀਂ ਮੋਮਬੱਤੀ ਵਾਂਗੂ ਚਮਕੀਏ ਅਤੇ ਚਾਨਣ ਦਈਏ ਤਾਂ ਕਿ ਲੋਕ ਸਾਡੇ ਚਾਨਣ ਵਿੱਚ ਯਿਸੂ ਨੂੰ ਵੇਖ ਸਕਣ। ਬਸ ਇਹੀ ਇੱਕ ਮਕਸਦ ਹੈ। ਈੜੀ ਭਾਗ ਚਾਨਣ ਦੀ ਕੀਮਤ। ਚਾਨਣ ਦੀ ਕੀਮਤ ਵੱਲ ਧਿਆਨ ਦਈਏ। ਇਸ ਦੀ ਕੀਮਤ ਹੈ, ਮੋਮਬੱਤੀ ਆਪਣੇ ਆਪ ਨੂੰ ਖਤਮ ਕੀਤੇ ਬਗੈਰ ਰੋਸ਼ਨੀ ਨਹੀਂ ਦੇ ਸਕਦੀ। ਜੇ ਤੁਸੀਂ ਜਗਤ ਵਿੱਚ ਚਾਨਣ ਬਣਨਾ ਚਾਹੁੰਦੇ ਹੋ, ਤੁਹਾਨੂੰ ਆਪਣੇ ਆਪ ਨੂੰ ਖਤਮ ਕਰਨਾ ਪਵੇਗਾ। ਇਹ ਅੱਗ ਕਈਆਂ ਨੂੰ ਖਾ ਜਾਵੇਗੀ। ਮੈਂ ਹਮੇਸ਼ਾ ਯੂਹੰਨਾ ਬਪਤਿਸਮਾ ਦੇਣ ਵੱਲ ਵੇਖਦਾ ਹਾਂ, ਜਿਸ ਉੱਪਰ ਇਹ ਗੱਲ ਪੂਰੀ ਤਰ੍ਹਾਂ ਨਜ਼ਰ ਆਉਂਦੀ ਹੈ। ਯਿਸੂ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਚਮਕਦਾ ਚਾਨਣ ਹੈ। ਮੈਂ ਇਸ ਨੂੰ ਪੂਰੀ ਤਰ੍ਹਾਂ ਤਾਂ ਨਹੀਂ ਵਿਖਿਆਨ ਕਰ ਸਕਦਾ। ਯੂਹੰਨਾ ਬਪਤਿਸਮਾ ਦੇਣ ਵਾਲਾ ਅੱਗ ਨਾਲ ਨਾਸ਼ ਹੋਣ ਵਾਲਾ ਚਮਕਦਾ ਚਾਨਣ ਸੀ। ਇਸ ਗੱਲ ਦਾ ਮਤਲਬ ਇਹ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਜੋ ਯਿਸੂ ਦਾ ਚਾਨਣ ਸੀ, ਸਮੇਂ ਆਉਣ ਤੇ ਇਸ ਕਾਰਨ ਨਾਸ਼ ਹੋ ਰਿਹਾ ਸੀ। ਇੱਕ ਸਮੇਂ ਜਦ ਯਿਸੂ ਉਸ ਦੇ ਸਾਹਮਣੇ ਪ੍ਰਗਟ ਹੋਇਆ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਖਿਆ, ਉਹ ਵੱਧਦਾ ਜਾਵੇ ਤੇ ਮੈਂ ਘਟਦਾ ਜਾਵਾਂ। ਯੂਹੰਨਾ ਚਾਹੁੰਦਾ ਸੀ ਕਿ ਉਹ ਵਿਅਕਤੀਗਤ ਤੌਰ ਤੇ ਅੱਗ ਨਾਲ ਨਾਸ਼ ਹੋ ਜਾਵੇ, ਪਰ ਯਿਸੂ ਪ੍ਰਗਟ ਹੋ ਸਕੇ। ਅਸੀਂ ਆਪਣੇ ਚਾਨਣ ਨੂੰ ਚਮਕਾਉਣਾ ਨਹੀਂ ਚਾਹੁੰਦੇ। ਉਸ ਦਾ ਇੱਕ ਕਾਰਨ ਹੈ ਜੋ ਸਾਨੂੰ ਉਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਸਾਡੇ ਕੋਲੋਂ ਕੁਝ ਮੰਗ ਕਰਦਾ ਹੈ। ਇਸ ਦੀ ਕੁਝ ਕੀਮਤ ਹੈ ਜੋ ਅਦਾ ਕਰਨੀ ਪੈਂਦੀ ਹੈ। ਭਾਗ ਸੱਸਾ। ਯਿਸੂ ਨਿੱਜੀ ਤੌਰ ਤੇ ਜੋਤੀ ਦੇ ਦੋਸ਼ ਬਾਰੇ ਬੋਲਦਾ ਹੈ। ਆਪਣੇ ਚਾਨਣ ਨੂੰ ਟੋਪੇ ਨਾਲ ਨਾ ਢੱਕੋ, ਇਸ ਨੂੰ ਨਾ ਛੁਪਾਓ। ਅਰਾਮਿਆਥਿਆ ਦਾ ਯੂਸਫ, ਜਿਸ ਨੇ ਯੂਸਫ ਦੀ ਕਬਰ ਲਈ ਮਦਦ ਕੀਤੀ, ਗੁਪਤ ਰੂਪ ਵਿੱਚ ਯਿਸੂ ਦਾ ਚੇਲਾ ਸੀ, ਕਿਉਂ ਜੋ ਉਹ ਯਹੂਦੀਆਂ ਕੋਲੋਂ ਡਰਦਾ ਸੀ। ਤੁਸੀਂ ਗੁਪਤ ਰੂਪ ਵਿੱਚ ਚੇਲੇ ਕਿਸ ਤਰ੍ਹਾਂ ਬਣ ਸਕਦੇ ਹੋ? ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਅਰਮਿਥਿਆ ਦਾ ਯੂਸਫ ਸੀ। ਉਹ ਚੇਲਾ ਸੀ ਪਰ ਗੁਪਤ ਰੂਪ ਵਿੱਚ, ਕਿਉਂ ਜੋ ਉਹ ਯਹੂਦੀਆਂ ਕੋਲੋਂ ਡਰਦਾ ਸੀ। ਤੁਹਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਇਹ ਚੀਜ਼ ਅੱਜ ਕਿਸ ਤਰ੍ਹਾਂ ਕੰਮ ਕਰ ਰਹੀ ਹੈ? ਇਸ ਕਹਾਣੀ ਵਿੱਚ ਅਸੀਂ ਵੇਖਦੇ ਹਾਂ ਕਿ ਪੂਰੇ ਜੀਵਨ ਵਿੱਚ ਕਿਸ ਤਰ੍ਹਾਂ ਕੰਮ ਕੀਤਾ ਅਤੇ ਕੋਈ ਜਾਣ ਨਾ ਸਕਿਆ ਕਿ ਉਹ ਮਸੀਹ ਹੈ। ਉਸ ਦੇ ਕੋਲ ਆਪਣਾ ਚਾਨਣ ਸੀ, ਪਰ ਉਸ ਨੇ ਇਸ ਨੂੰ ਟੋਪੇ ਨਾਲ ਢੱਕਿਆ ਹੋਇਆ ਸੀ ਅਤੇ ਉੱਪਰ ਝਾੜੀਆਂ ਪਈਆਂ ਹੋਈਆਂ ਸਨ, ਕਿਉਂਕਿ ਉਸ ਦੇ ਅੰਦਰ ਡਰ ਸੀ ਕੋਈ ਉਹਨਾਂ ਨੂੰ ਪਛਾਣ ਨਾ ਲਵੇ ਕਿ ਅਸਲ ਵਿੱਚ ਉਹ ਕੌਣ ਹੈ। ਅਸੀਂ ਵੀ ਕਈ ਵਾਰ ਇਹ ਗਲਤੀ ਕਰ ਬੈਠਦੇ ਹਾਂ। ਮੈਂ ਇਹ ਵੀ ਗਲਤੀ ਕੀਤੀ ਹੋਈ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਵੀ ਇਹ ਗਲਤੀ ਕਦੋਂ ਕੀਤੀ। ਜਦ ਮੈਂ ਸਕੂਲ ਵਿੱਚ ਪੜ੍ਹਦਾ ਸੀ ਅਤੇ ਆਮ ਗੰਡੀਆਂ ਵਿੱਚ ਸਵਾਰੀ ਕਰਦਾ ਸੀ, ਮੇਰੇ ਕੋਲ ਮੇਰੀ ਬਾਈਬਲ ਸੀ। ਇੱਕ ਦਿਨ ਮੈਂ ਇੰਜ ਕੀਤਾ ਕਿ ਬਾਈਬਲ ਦੇ ਇੱਕ ਪਾਸੇ ਇੱਕ ਕਿਤਾਬ ਅਤੇ ਦੂਜੇ ਪਾਸੇ ਦੂਜੀ ਕਿਤਾਬ ਰੱਖੀ ਅਤੇ ਉਹਨਾਂ ਨੂੰ ਛਾਤੀ ਨਾਲ ਲਾ ਕੇ ਫੜ ਲਿਆ। ਮੈਂ ਆਪਣੇ ਤੋਂ ਪੁੱਛਿਆ, ਜ਼ਰਮੀਆ, ਤੂੰ ਇਹ ਸਭ ਕਿਉਂ ਕਰ ਰਿਹਾ ਹੈ? ਇਸ ਗੱਲ ਤੋਂ ਮੈਨੂੰ ਚੋਟ ਲੱਗੀ। ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਇਹ ਜਾਣ ਸਕੇ ਕਿ ਮੇਰੇ ਕੋਲ ਬਾਈਬਲ ਹੈ। ਅਸੀਂ ਵੀ ਕਈ ਵਾਰ ਆਪਣੇ ਚਾਨਣ ਨੂੰ ਟੋਪੇ ਨਾਲ ਢੱਕ ਦਿੰਦੇ ਹਾਂ। ਕੀ ਅਸੀਂ ਇਸ ਤਰ੍ਹਾਂ ਨਹੀਂ ਕਰਦੇ? ਦੂਸਰੀ ਤਰਫ ਕੁਝ ਐਸੇ ਵੀ ਲੋਕ ਹਨ ਜੋ ਆਮ ਗੱਡੀਆਂ ਵਿੱਚ ਸਵਾਰੀ ਕਰਦੇ ਹਨ ਅਤੇ ਆਪਣੀ ਬਾਈਬਲ ਨੂੰ ਉੱਚਾ ਰੱਖਦੇ ਹਨ, ਪਰ ਵਚਨ ਇਸ ਤਰ੍ਹਾਂ ਕਰਨ ਲਈ ਨਹੀਂ ਆਖਦਾ। ਇਹ ਆਖਦਾ ਹੈ, ਤੁਹਾਡਾ ਚਾਨਣ ਚਮਕੇ ਕਿ ਤੁਸੀਂ ਕੌਣ ਹੋ। ਆਪਣੇ ਚਾਨਣ ਨੂੰ ਟੋਪੇ ਨਾਲ ਨਾ ਢੱਕੋ, ਆਪਣੀ ਗਵਾਹੀ ਨੂੰ ਨਾ ਦਬਾਓ। ਜਦੋਂ ਲੋਕ ਤੁਹਾਡੇ ਵਿਸ਼ਵਾਸ ਦੇ ਬਾਰੇ ਪੁੱਛਣ ਤਾਂ ਇਹ ਦੱਸਣ ਤੋਂ ਨਾ ਡਰੋ ਕਿ ਤੁਸੀਂ ਕੌਣ ਹੋ। ਤੁਸੀਂ ਪਰਮੇਸ਼ਰ ਦੇ ਪਰਿਵਾਰ ਦੇ ਲੋਕ ਹੋ। ਤੁਸੀਂ ਧਰਤੀ ਉੱਤੇ ਜੋ ਸਭ ਤੋਂ ਉੱਚਾ ਸਥਾਨ ਹੈ ਉੱਥੇ ਵਿਰਾਜਮਾਨ ਹੋ। ਤੁਹਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ, ਇਸ ਲਈ ਤੁਹਾਨੂੰ ਕਦੇ ਮਾਫੀ ਨਹੀਂ ਮੰਗਣੀ ਚਾਹੀਦੀ। ਇਸ ਗੱਲ ਤੇ ਖੜੇ ਰਹੋ ਅਤੇ ਕਹੋ, ਮੈਂ ਮਸੀਹ ਦਾ ਇੱਕ ਬੱਚਾ ਹਾਂ, ਮੈਂ ਪਰਮੇਸ਼ਰ ਦੇ ਪਰਿਵਾਰ ਦਾ ਹਾਂ। ਆਪਣਾ ਚਾਨਣ ਦਾ ਵਿਗਾੜ ਨਾ ਕਰੋ। ਫਿਲਿੱਪੀਆਂ 2:15 ਭਾਈ, ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਬਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ਰ ਦੇ ਨਿਰਮਲ ਬਾਲਕ ਬਣੋ, ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗੂ ਦਿਸਦੇ ਹੋ। ਤੁਸੀਂ ਜਾਣਦੇ ਹੋ ਅੱਜ ਦੇ ਜੀਵਨ ਦੀ ਸਭ ਤੋਂ ਉੱਚੀ ਗੱਲ ਕਿਹੜੀ ਹੈ। ਅੱਜ ਸਭ ਵਿੱਚ ਪੂਰੀ ਤਰ੍ਹਾਂ ਹਨੇਰਾ ਹੈ। ਰਹਿਣ ਸਹਿਣ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ। ਪੂਰੇ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇੰਜ ਨਹੀਂ ਸੀ। ਪਰ ਸਭ ਤੋਂ ਅੱਛੀ ਚੀਜ਼ ਇਸ ਬਾਰੇ ਇਹ ਹੈ,
ਜਿੰਨਾ ਜ਼ਿਆਦਾ ਹਨੇਰਾ ਉਨਾ ਹੀ ਜ਼ਿਆਦਾ ਚਾਨਣ। ਅਸੀਂ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋਏ ਹਾਂ ਕਿ ਤੁਸੀਂ ਇਹ ਵੇਖਦੇ ਹੋ ਕਿ ਤੁਸੀਂ ਕਿੰਨੇ ਅਨੋਖੇ ਹੋ ਜੋ ਕਦੇ ਪਹਿਲੇ ਸੀ। ਤੁਸੀਂ ਲੋਕਾਂ ਤੋਂ ਕਿੰਨੇ ਅਲੱਗ ਹੋ। ਜੇਕਰ ਤੁਸੀਂ ਯਿਸੂ ਵਿੱਚ ਰਹੋ ਤਾਂ ਤੁਸੀਂ ਲੋਕਾਂ ਤੋਂ ਜ਼ਿਆਦਾ ਅਤੇ ਹੋਰ ਜ਼ਿਆਦਾ ਅਨੋਖੇ ਬਣੇ ਰਹੋਗੇ। ਵਚਨ ਦੇ ਅਨੁਸਾਰ ਤੁਸੀਂ ਅੱਜ ਅਲੱਗ ਲੋਕ ਹੋ। ਇਫਸੀਆ 5:8 ਵਚਨ, ਕਿਉਂ ਜੋ ਤੁਸੀਂ ਅੱਗੇ ਹਨੇਰੇ ਸੋ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ। ਚਾਨਣ ਦਾ ਵਿਗਾੜ ਰੋਸ਼ਨੀ ਨੂੰ ਢੱਕ ਦਿੰਦਾ ਹੈ। ਕੱਕਾ ਭਾਗ ਜੋਤੀ ਚਾਨਣ ਦੀ ਮਹਿਮਾ, ਮੱਤੀ 5:16 ਵਚਨ, ਇਹ ਬਹੁਤ ਸੁੰਦਰ ਆਇਤ ਹੈ। ਚਾਨਣ ਦੀ ਮਹਿਮਾ, ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਚਾਨਣ ਨੂੰ ਵੇਖਣ ਅਤੇ ਮਹਿਮਾ ਕਰਨ। ਤੁਹਾਡੀ ਨਹੀਂ, ਇੱਥੇ ਇਸ ਦਾ ਮਤਲਬ ਹੈ ਕਿ ਤੁਹਾਡਾ ਚਾਨਣ ਚਮਕੇ ਕਿ ਲੋਕ ਤੁਹਾਡੇ ਸ਼ੁਭ ਕਰਮ ਵੇਖ ਸਕਣ। ਇੱਥੇ ਤੁਹਾਡਾ ਸ਼ੁਭ ਕਰਮ ਦੀ ਗੱਲ ਹੈ ਜੋ ਤੁਹਾਡਾ ਚਾਨਣ ਦੀ ਚਮਕ ਦਾ ਨਤੀਜਾ ਹੈ। ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਸਕਣ। ਅਤੇ ਹੁਣ ਉਹ ਲੋਕ ਕੀ ਕਰਨਗੇ ਜਦ ਉਹ ਤੁਹਾਡੇ ਸ਼ੁਭ ਕਰਮ ਵੇਖਦੇ ਹਨ? ਹੁਣ ਉਹ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨਗੇ। ਇਹ ਵਿਸ਼ਵਾਸ ਕਰਨ ਦੀ ਗੱਲ ਨਹੀਂ, ਤੁਸੀਂ ਆਪਣੇ ਚਾਨਣ ਨੂੰ ਚਮਕਣ ਦਿੰਦੇ ਹੋ ਇਹ ਸੋਚ ਕੇ ਕਿ ਪਰਮੇਸ਼ਰ ਨੇ ਸਾਨੂੰ ਇਸੇ ਲਈ ਬੁਲਾਇਆ ਹੈ ਅਤੇ ਪੂਰੀ ਤਾਕਤ ਨਾਲ ਆਪਣਾ ਕੰਮ ਕਰਦੇ ਹੋ ਅਤੇ ਲੋਕ ਤੁਹਾਡੇ ਸ਼ੁਭ ਕਰਮਾਂ ਨੂੰ ਵੇਖਣਗੇ ਅਤੇ ਅਵਿਸ਼ਵਾਸੀ ਜੋ ਤੁਹਾਡੇ ਕੰਮ ਵੇਖਣਗੇ, ਬਾਈਬਲ ਆਖਦੀ ਹੈ ਪਰਮੇਸ਼ਰ ਦੀ ਵਡਿਆਈ ਕਰਨਗੇ। ਉਹ ਸਭ ਪਰਮੇਸ਼ਰ ਦੀ ਮਹਿਮਾ ਕਰਨ ਜਾ ਰਹੇ ਹਨ ਕਿਉਂ ਜੋ ਉਹਨਾਂ ਨੇ ਤੁਹਾਡੇ ਅੰਦਰ ਵੇਖਿਆ ਹੈ ਕਿ ਇਹ ਪਹਿਲਾਂ ਕਦੇ ਹੋਇਆ ਹੈ, ਇਸ ਤਰ੍ਹਾਂ ਹੀ ਹੈ। ਪੁਰਾਣੇ ਨੇਮ ਵਿੱਚ ਦਾਨੀਅਲ ਦੀ ਕਹਾਣੀ ਹੈ। ਦਾਨੀਅਲ ਇੱਕ ਮਸੀਹੀ ਸੀ ਜਿਹਦੇ ਅੰਦਰ ਲੂਣ ਅਤੇ ਚਾਨਣ ਸੀ। ਅੱਜ ਦੇ ਜਗਤ ਵਿੱਚ ਉਹ ਇਸ ਗੱਲ ਲਈ ਬਹੁਤ ਵੱਡੀ ਮਿਸਾਲ ਹੈ। ਯਿਸੂ ਦੇ ਆਉਣ ਤੋਂ ਪਹਿਲਾਂ ਬੇਬੀਲੋਨ ਦੇ ਰਾਜਾ ਨਬੂਕਦਨਜ਼ਰ ਨੇ ਯਰੂਸ਼ਲਮ ਦੇ ਉੱਤੇ ਜਿੱਤ ਹਾਸਲ ਕੀਤੀ। ਜੇ ਤੁਸੀਂ ਦਾਨੀਅਲ ਦੀ ਕਿਤਾਬ ਪੜ੍ਹੀ ਹੈ ਤਾਂ ਤੁਸੀਂ ਜਾਣਦੇ ਹੋ ਕਿ ਰਾਜੇ ਨੇ ਪੜ੍ਹੇ ਲਿਖੇ ਜਵਾਨ ਚੁਣੇ ਅਤੇ ਯਹੂਦੀਆਂ ਦੇ ਉੱਚੇ ਘਰਾਣੇ ਵਿੱਚੋਂ ਉਹਨਾਂ ਨੂੰ ਲੈ ਕੇ ਬੇਬੀਲੋਨ ਵਿੱਚ ਵਿਸ਼ੇਸ਼ ਸਿੱਖਿਆ ਦੇਣ ਲਈ ਚੁਣਿਆ। ਇਹ ਹੀ ਉਸ ਦਾ ਖਾਸ ਮਕਸਦ ਸੀ। ਉਹ ਯਰੂਸ਼ਲਮ ਨੂੰ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ਪਰ ਲੋਕਾਂ ਨੂੰ ਬੰਦੀ ਬਣਾਉਣਾ ਚਾਹੁੰਦਾ ਸੀ। ਉਹ ਚੁਣੇ ਹੋਏ ਲੋਕਾਂ ਨੂੰ ਬੰਦੀ ਬਣਾ ਕੇ ਇਸ ਲਈ ਲੈ ਗਿਆ ਤਾਂ ਕਿ ਉਹ ਯਹੂਦੀ ਲੋਕਾਂ ਨੂੰ ਇਹ ਸਿੱਖਿਆ ਦੇਣ ਕਿ ਉੱਪਰੋਂ ਤਾਂ ਉਹ ਯਹੂਦੀ ਬਣੇ ਰਹਿਣ ਪਰ ਅੰਦਰੋਂ ਬੇਬੀਲੋਨੀਅਨ। ਇਸ ਤਰ੍ਹਾਂ ਉਹਨਾਂ ਨੇ ਯਹੂਦੀਆਂ ਵਿੱਚ ਆਪਣਾ ਰਾਜਪਾਲ ਬਣਾ ਦਿੱਤਾ। ਉਹ ਯਰੂਸ਼ਲਮ ਗਿਆ ਅਤੇ ਕੁਝ ਜਵਾਨ ਮਨੁੱਖਾਂ ਨੂੰ ਬੇਬੀਲੋਨ ਲੈ ਆਇਆ। ਇਸ ਤਰ੍ਹਾਂ ਉਸਨੇ ਮਨ ਬਦਲਾਓ ਕਰਨ ਦੀ ਯੋਜਨਾ ਨੂੰ ਸ਼ੁਰੂ ਕੀਤਾ। ਦਾਨੀਅਲ ਵੀ ਉਹਨਾਂ ਵਿੱਚੋਂ ਇੱਕ ਸੀ। ਉਹ ਬਹੁਤ ਹੀ ਹੁਸ਼ਿਆਰ ਵਿਅਕਤੀ ਸੀ। ਉਹਦਾ ਪੁਰਾਣਾ ਜੀਵਨ ਪੂਰੀ ਤਰ੍ਹਾਂ ਬੇਬੀਲੋਨ ਵਿੱਚ ਬੀਤਿਆ ਸੀ। ਉਸ ਨੂੰ ਇੱਕ ਅਧਿਕਾਰੀ ਦੇ ਹਵਾਲੇ ਕੀਤਾ ਗਿਆ। ਉਸ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ ਤਾਂ ਕਿ ਉਹ ਹੁਣ ਦਾਨੀਅਲ ਨਾ ਖਵਾਏ ਕਿਉਂ ਜੋ ਉਹ ਨਾਮ ਇਲੋਹੀਮ ਨਾਲ ਜੁੜਿਆ ਹੋਇਆ ਹੈ। ਉਸ ਨੂੰ ਇੱਕ ਬਿਲਕੁਲ ਅਲੱਗ ਨਾਮ ਦਿੱਤਾ ਗਿਆ। 70 ਸਾਲ ਜਾਂ ਇਸ ਤੋਂ ਕੁਝ ਘੱਟ ਇਸ ਵਿਦੇਸ਼ੀ ਰਹਿਣ ਸਹਿਣ ਵਿੱਚ ਰਹਿ ਰਹੇ ਉੱਥੇ ਬਹੁਤ ਥੋੜੇ ਲੋਕਾਂ ਵਿੱਚੋਂ ਇੱਕ ਸੀ ਜੋ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਸੀ। ਹਰੇਕ ਵਿਅਕਤੀ ਹਨੇਰੇ ਵਿੱਚ ਸੀ ਅਤੇ ਵਿਗੜ ਚੁੱਕਾ ਸੀ। ਜੇਕਰ ਤੁਸੀਂ ਪੁਰਾਣੇ ਨੇਮ ਦੀ ਇਹ ਕਿਤਾਬ ਪੜ੍ਹੋ ਤਾਂ ਵੇਖੋਗੇ ਕਿ ਦਾਨੀਅਲ ਉੱਥੇ ਦੇ ਮਾਹੌਲ ਤੋਂ ਅੱਡ ਸੀ। ਉਸਨੇ ਆਪਣੇ ਆਪ ਨੂੰ ਭ੍ਰਸ਼ਟ ਨਹੀਂ ਸੀ ਕੀਤਾ। ਉਹਨੇ ਆਪਣੇ ਅੰਦਰ ਇਹ ਨੇਚਾ ਕਰ ਲਈ ਸੀ ਕਿ ਉਹ ਬੇਬੀਲੋਨ ਦੇ ਰਹਿਣ ਸਹਿਣ ਨੂੰ ਆਪਣੇ ਵਿੱਚ ਨਹੀਂ ਆਉਣ ਦੇਵੇਗਾ। ਇਹ ਪਰਮੇਸ਼ਰ ਦੀ ਆਗਿਆਕਾਰੀ ਹੋਣ ਦਾ ਮਹੱਤਵਪੂਰਨ ਫੈਸਲਾ ਹੈ। ਜਿਸ ਤਰ੍ਹਾਂ ਉਸ ਰਹਿਣ ਸਹਿਣ ਵਿੱਚ ਦਾਨੀਅਲ ਸੀ, ਅੱਜ ਵੀ ਲੋਕਾਂ ਦੀ ਨਿਗਾਹ ਵਿੱਚ ਅਸੀਂ ਉਸੇ ਤਰ੍ਹਾਂ ਰੜਕਦੇ ਹਾਂ। ਬਾਹਰੀ ਰੂਪ ਵਿੱਚ ਦਾਨੀਅਲ ਆਪਣੇ ਇਸ ਰਹਿਣ ਸਹਿਣ ਵਿੱਚ ਪੇਸ਼ੇਵਰ ਸੀ ਜਿਸ ਤਰ੍ਹਾਂ ਉਹਨੂੰ ਹੋਣਾ ਚਾਹੀਦਾ ਸੀ, ਪਰ ਅੰਦਰੋਂ ਉਹ ਬੁਨਿਆਦੀ ਤੌਰ ਤੇ ਪਰਮੇਸ਼ਰ ਦੇ ਰਾਜ ਵਿੱਚ ਸੀ। ਉਸ ਦੀ ਬੁੱਧੀ ਅਤੇ ਵਫਾਦਾਰੀ ਨਾਲ ਹਰੇਕ ਕੋਈ ਉਸ ਨਾਲ ਨਫ਼ਰਤ ਕਰਦਾ ਸੀ। ਦਾਨੀਅਲ ਇੱਕ ਪ੍ਰਾਰਥਨਾ ਕਰਨ ਵਾਲਾ ਵਿਅਕਤੀ ਸੀ। ਉਹ ਦ੍ਰਿੜ ਨਾਲ ਘਰ ਜਾਂਦਾ ਸੀ, ਹਰ ਰੋਜ਼ 3 ਵਾਰ ਪ੍ਰਾਰਥਨਾ ਕਰਨ ਲਈ, ਜਦ ਕਿ ਉਹ ਆਪਣੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਵਿਵਸਥ ਹੁੰਦਾ ਸੀ। ਇੱਕ ਵਾਰ ਉਸ ਦੇ ਜੋੜੀਦਾਰ ਉਸ ਦੀ ਬੁੱਧੀ ਅਤੇ ਕਾਬਲੀਅਤ ਦੇ ਕਾਰਨ ਇੰਨੇ ਪਾਗਲ ਹੋ ਗਏ ਕਿ ਉਸ ਨੂੰ ਕਿਸੇ ਤਰੀਕੇ ਨਾਲ ਉਸ ਨੂੰ ਛੁਟਕਾਰਾ ਪਾਉਣ ਦੀ ਯੋਜਨਾ ਬਣਾਉਣ ਲੱਗੇ। ਪਰ ਦਾਨੀਅਲ ਆਪਣੀ ਕਾਬਲੀਅਤ ਵਿੱਚ ਸਭ ਤੋਂ ਉੱਚਾ ਸੀ। ਉਸ ਦੇ ਸਾਰੇ ਮਿੱਤਰਾਂ ਨੇ ਇਕੱਠ ਕੀਤਾ ਅਤੇ ਉਸ ਦੇ ਪ੍ਰਤੀ ਨਫ਼ਰਤ ਜ਼ਾਹਿਰ ਕੀਤੀ। ਜੇ ਅੱਜ ਦਾ ਸਮਾਂ ਹੁੰਦਾ ਤੇ ਇਹ ਸਭ ਛੁਪੇ ਹੋਏ ਕੈਮਰੇ ਵਿੱਚ ਕੈਦ ਹੁੰਦਾ। ਜਿੱਥੇ ਵੀ ਦਾਨੀਅਲ ਜਾਂਦਾ ਸੀ ਅਤੇ ਜੋ ਵੀ ਉਹ ਕਰਦਾ ਸੀ ਉਸ ਉੱਤੇ ਉਹ ਨਜ਼ਰ ਰੱਖਦੇ ਸੀ ਅਤੇ ਸਭ ਗੱਲਾਂ ਨੂੰ ਨੋਟ ਕਰਦੇ ਸਨ। ਅਤੇ ਬਾਈਬਲ ਦੱਸਦੀ ਹੈ ਕਿ ਉਹਨਾਂ ਨੂੰ ਦਾਨੀਅਲ ਤੇ ਦੋਸ਼ ਲਾਉਣ ਲਈ ਕੋਈ ਮੁੱਦਾ ਨਹੀਂ ਮਿਲਿਆ ਸਿਵਾਏ ਇਸ ਦੇ ਕਿ ਪਰਮੇਸ਼ਰ ਦੇ ਨੇਮ ਦੇ ਪ੍ਰਤੀ ਵਫਾਦਾਰ ਹੈ। ਇਹ ਹੀ ਇੱਕ ਚੀਜ਼ ਸੀ ਜੋ ਉਸ ਦੇ ਵਿੱਚ ਉਹ ਲੱਭ ਸਕੇ। ਕਾਸ਼ ਇਸ ਤਰ੍ਹਾਂ ਹੀ ਉਹ ਇਹ ਚੀਜ਼ਾਂ ਸਾਡੇ ਅੰਦਰ ਵੀ ਲੱਭ ਸਕਣ। ਦਾਨੀਅਲ ਇੱਕ ਅੱਛਾ ਪੇਸ਼ਾਵਰ ਹੋਣ ਤੋਂ ਵੱਧ ਕੇ ਇੱਕ ਵਫਾਦਾਰ ਮਨੁੱਖ ਸੀ। ਉਹ ਇੱਕ ਠੀਕ ਲੇਖਾ ਜੋਖਾ ਰੱਖਦਾ ਸੀ। ਉਸ ਦੀ ਪ੍ਰਗਟ ਕੀਤੀ ਹੋਈ ਗੱਲ ਵਿਸ਼ਵਾਸਯੋਗ ਹੁੰਦੀ ਸੀ।
ਉਸ ਦੇ ਪੁੱਤਰ ਵਿਸ਼ਵਾਸਯੋਗ ਹੁੰਦੇ ਸਨ, ਪਰ ਆਪਣੇ ਪੇਸ਼ੇਵਰ ਸਤਰ ਤੋਂ ਵੀ ਉਹ ਉੱਪਰ ਇੱਕ ਬੁਨਿਆਦੀ ਤੌਰ ਤੇ ਇਮਾਨਦਾਰ ਭਵਿੱਖਵਕਤਾ ਦੀ ਤਰ੍ਹਾਂ ਪਰਮੇਸ਼ਰ ਦੇ ਵਚਨ ਦੀ ਘੋਸ਼ਣਾ ਕਰਦਾ ਸੀ। ਜਦ ਵੀ ਉਹਦੇ ਕੋਲ ਕੁਝ ਪੁੱਛਿਆ ਜਾਂਦਾ ਸੀ, ਉਹ ਸਪਸ਼ਟ ਉੱਤਰ ਦਿੰਦਾ ਸੀ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਸੀ ਕਿ ਇਸ ਦਾ ਨਤੀਜਾ ਕੀ ਹੋਵੇਗਾ, ਇੱਥੇ ਤੱਕ ਕਿ ਆਪਣੇ ਸਿਰ ਦੀ ਵੀ ਨਹੀਂ। ਉਹ ਇੱਕ ਪੂਰੀ ਤਰ੍ਹਾਂ ਇਮਾਨਦਾਰ ਵਿਅਕਤੀ ਸੀ। ਉਹ ਉਸ ਸਮੇਂ ਦੇ ਰਹਿਣ ਸਹਿਣ ਵਿੱਚ ਲੂਣ ਅਤੇ ਚਾਨਣ ਸੀ। ਮੈਂ ਦਾਨੀਏਲ ਦੀ ਕਿਤਾਬ ਉੱਤੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਹੈ ਦ ਹੈਡ ਰਾਈਟਿੰਗ ਔਨ ਦਾ ਵਾਲ। ਜਦ ਮੈਂ ਲੋਕਾਂ ਨੇ ਇਸ ਕਿਤਾਬ ਉੱਤੇ ਸਾਈਨ ਕੀਤੇ, ਮੈਂ ਹਮੇਸ਼ਾ ਹੀ ਇਸ ਦੇ ਸਾਹਮਣੇ ਇਹ ਐਤ ਲਿਖੀ। ਲੋਕ ਮੇਰੇ ਕੋਲ ਆਏ ਤੇ ਪੁੱਛਿਆ ਕਿ ਤੁਸੀਂ ਇਹ ਐਤ ਠੀਕ ਲਿਖੀ ਹੈ। ਉਹਨਾਂ ਨੇ ਇਸ ਨੂੰ ਪੜ੍ਹਿਆ ਅਤੇ ਉਹਨਾਂ ਦੀ ਸਮਝ ਵਿੱਚ ਕੁਝ ਨਾ ਆਇਆ। ਇਹ ਦਾਨੀਏਲ ਹੈ, ਪਹਿਲਾ ਅਧਿਆਇ 21 ਵਚਨ ਇਹ ਦੱਸਦਾ ਹੈ। ਅਤੇ ਦਾਨੀਏਲ ਲਗਾਤਾਰ ਚੱਲਦਾ ਰਿਹਾ। ਮੈਂ ਇਸ ਨੂੰ ਪ੍ਰੇਮ ਕਰਦਾ ਹਾਂ। ਉਸ ਨੇ 4 ਪ੍ਰਸ਼ਨਾਂ ਦੇ ਵਿਭਾਗ ਦਿੱਤੇ ਸਨ, ਅਲੱਗ-ਅਲੱਗ ਰਹਿਣ ਸਹਿਣ, ਹਰ ਤਰ੍ਹਾਂ ਦਾ ਭਾਰ, ਹਰੇਕ ਪ੍ਰਕਾਰ ਦਾ ਬਦਲਾਅ। ਅਤੇ ਦਾਨੀਏਲ ਨੇ ਕੀ ਕੀਤਾ? ਉਹ ਬਸ ਅੱਗੇ ਵੱਧ ਕੇ ਕਰਦਾ ਰਿਹਾ। ਉਹ ਤਾਂ ਬਸ ਦਾਨੀਏਲ ਸੀ ਜੋ ਇੰਨਾ ਪੇਸ਼ੇਵਰ ਸੀ ਅਤੇ ਉਹ ਪਰਮੇਸ਼ਰ ਲਈ ਅੱਗੇ ਵੱਧਦਾ ਰਿਹਾ। ਕਿਸੇ ਤਰ੍ਹਾਂ ਵੀ ਪਰੇਸ਼ਾਨੀ ਤੋਂ ਨਹੀਂ ਘਬਰਾਇਆ ਜਦ ਤੱਕ ਉਹ ਕੈਦ ਵਿੱਚ ਰਿਹਾ। ਉਹ ਬੇਬੀਲੋਨ ਵਿੱਚ ਲੂਣ ਅਤੇ ਚਾਨਣ ਬਣ ਰਿਹਾ ਸੀ। ਬਾਈਬਲ ਆਖਦੀ ਹੈ, ਜਦ ਅਸੀਂ ਵੀ ਇਸ ਤਰ੍ਹਾਂ ਦੇ ਬਣ ਜਾਂਦੇ ਹਾਂ ਤਾਂ ਲੋਕ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਆਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਾਂ ਜੋ ਇਸ ਗੱਲ ਨੂੰ ਸਿੱਧ ਕਰਦੀ ਹੈ। ਦਾਨੀਏਲ ਨੂੰ ਨਬੂਕਦਨਜ਼ਰ ਦਾ ਮੁਕਾਬਲਾ ਕਰਨਾ ਪਿਆ। ਨਬੂਕਦਨਜ਼ਰ ਇੱਕ ਘਮੰਡੀ ਅਤੇ ਦੁਸ਼ਟ ਰਾਜਾ ਸੀ। ਇੱਕ ਦਿਨ ਨਬੂਕਦਨਜ਼ਰ ਨੇ ਆਪਣੇ ਸ਼ਹਿਰ ਉੱਤੇ ਨਜ਼ਰ ਘੁਮਾਈ ਅਤੇ ਆਖ ਰਿਹਾ ਸੀ, ਵੇਖੋ ਮੈਂ ਕੀ ਕੁਝ ਕੀਤਾ ਹੈ, ਦੇਖੋ ਮੈਂ ਜੋ ਕੰਮ ਕੀਤੇ, ਵੇਖੋ ਜੋ ਇਮਾਰਤਾਂ ਮੈਂ ਬਣਾਈਆਂ। ਕਿ ਮੈਂ ਇੱਕ ਖਾਸ ਵਿਅਕਤੀ ਨਹੀਂ, ਪਰਮੇਸ਼ਰ ਮੇਰੇ ਨਾਲ ਸੀ। ਪਵਿੱਤਰ ਸ਼ਾਸਤਰ ਆਖਦਾ ਹੈ, ਨਬੂਕਦਨਜ਼ਰ ਬਲਦ ਦੀ ਤਰ੍ਹਾਂ ਘਾਹ ਖਾਂਦੇ ਹੋਏ ਉਸ ਦਾ ਅੰਤ ਹੋਇਆ। ਬਾਈਬਲ ਦੱਸਦੀ ਹੈ, ਜੋ ਆਪਣੀ ਵਡਿਆਈ ਆਪ ਕਰਦਾ ਹੈ, ਪਰਮੇਸ਼ਰ ਉਸ ਨੂੰ ਨੀਵਾਂ ਕਰਦਾ ਹੈ। ਉਹ ਅਪਮਾਨਿਤ ਕੀਤਾ ਜਾਂਦਾ ਹੈ। ਇੱਕ ਚੀਜ਼ ਜਿਸ ਤੋਂ ਉਹ ਦੂਰ ਨਾ ਜਾ ਸਕਿਆ, ਉਹ ਦਾਨੀਏਲ ਦੀ ਗਵਾਹੀ ਹੈ। ਦਾਨੀਏਲ ਦੇ 4ਥੇ ਅਧਿਆਇ ਦਾ ਆਖਰੀ ਹਿੱਸਾ ਪੜ੍ਹੋ ਅਤੇ ਤੁਸੀਂ ਇੱਕ ਵੱਡੀ ਗਵਾਹੀ ਪਰਮੇਸ਼ਰ ਦੀ ਵਡਿਆਈ ਨੂੰ ਸੁਣੋਗੇ। ਤੁਸੀਂ ਆਪਣੇ ਜੀਵਨ ਵਿੱਚ ਕਿਸੇ ਅਧਰਮੀ ਤੋਂ ਇੰਜ ਨਹੀਂ ਸੁਣਿਆ ਹੋਵੇਗਾ ਜਿਵੇਂ ਨਬੂਕਦਨਜ਼ਰ ਪਰਮੇਸ਼ਰ ਦੀ ਵਡਿਆਈ ਕਰਦਾ ਹੈ। ਕਿਉਂ? ਜੋ ਉਸਨੇ ਦਾਨੀਏਲ ਦੇ ਜੀਵਨ ਵਿੱਚ ਚੰਗੇ ਕੰਮਾਂ ਨੂੰ ਵੇਖਿਆ, ਇਸ ਲਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਹੈ। ਮੈਂ ਪਰਮੇਸ਼ਰ ਦੇ ਕੰਮ ਲਈ ਧੰਨਵਾਦੀ ਹਾਂ ਜੋ ਉਹ ਸਾਡੀ ਕਲੀਸਿਆ ਵਿੱਚ ਕਰਦਾ ਹੈ। ਉਸ ਦੇ ਕੰਮ ਜਦ ਮੈਂ ਲੋਕਾਂ ਵਿੱਚ ਵੇਖਦਾ ਹਾਂ ਤਾਂ ਉਸ ਦਾ ਧੰਨਵਾਦ ਕਰਦਾ ਹਾਂ। ਮੈਂ ਲੋਕਾਂ ਨੂੰ ਅੱਗੇ ਵੱਧਦਾ ਹੋਇਆ ਵੇਖ ਰਿਹਾ ਹਾਂ ਅਤੇ ਵੇਖ ਰਿਹਾ ਹਾਂ ਕਿ ਪਰਮੇਸ਼ਰ ਉਹਨਾਂ ਦੇ ਜੀਵਨ ਨੂੰ ਬਦਲ ਰਿਹਾ ਹੈ। ਮੈਂ ਲੋਕਾਂ ਦੇ ਜੋਸ਼ ਅਤੇ ਸੰਗਤੀ ਨੂੰ ਪ੍ਰੇਮ ਕਰਦਾ ਹਾਂ ਜਦ ਉਹ ਇਕੱਠੇ ਹੋ ਕੇ ਆਰਾਧਨਾ ਕਰਦੇ ਹਨ ਅਤੇ ਪਰਮੇਸ਼ਰ ਹਰੇਕ ਚੀਜ਼ ਸਾਨੂੰ ਦਿੰਦਾ ਹੈ। ਪਰ ਪਰਮੇਸ਼ਰ ਨੇ ਸਾਨੂੰ ਛੁਟਕਾਰਾ ਇਸ ਲਈ ਨਹੀਂ ਦਿੱਤਾ ਕਿ ਅਸੀਂ ਸਭ ਇੱਕ ਇਮਾਰਤ ਵਿੱਚ ਇਕੱਠੇ ਹੋਈਏ ਅਤੇ ਇੱਕ ਦੂਜੇ ਨੂੰ ਵਧਾਈ ਦਈਏ ਕਿ ਇਹ ਸਭ ਕੁਝ ਕਿੰਨਾ ਅੱਛਾ ਹੈ। ਪਰਮੇਸ਼ਰ ਨੇ ਸਾਨੂੰ ਛੁਟਕਾਰਾ ਇਸ ਲਈ ਦਿੱਤਾ ਹੈ ਕਿ ਅਸੀਂ ਜਗਤ ਵਿੱਚ ਬਾਹਰ ਜਾਈਏ ਅਤੇ ਜ਼ਰੂਰਤਮੰਦ ਲੋਕਾਂ ਨੂੰ ਲੂਣ ਅਤੇ ਚਾਨਣ ਬਣ ਜਾਈਏ। ਇਹ ਸੰਸਾਰ ਸੜ ਰਿਹਾ ਹੈ। ਜੇ ਅਸੀਂ ਦਰਾੜ ਨੂੰ ਨਹੀਂ ਭਰਦੇ ਤਾਂ ਇਹ ਸਾਡੇ ਜੀਵਨ ਕਾਲ ਵਿੱਚ ਹੀ ਨਾਸ ਹੋ ਜਾਵੇਗਾ। ਇਹ ਜਗਤ ਹਨੇਰੇ ਵਿੱਚ ਹੈ। ਜੇ ਅਸੀਂ ਨਹੀਂ ਚਮਕਦੇ, ਉਹ ਕਦੇ ਚਾਨਣ ਨਹੀਂ ਵੇਖਣਗੇ। ਇਸ ਲਈ ਮੇਰੀ ਤੁਹਾਨੂੰ ਇਹ ਚੇਤਾਵਨੀ ਹੈ। ਗੀਤ ਦੇ ਸ਼ਬਦਾਂ ਵਿੱਚ ਅਸੀਂ ਪਰਮੇਸ਼ਰ ਦੀ ਬੱਚਿਆਂ ਦੀ ਤਰ੍ਹਾਂ ਸੰਡੇ ਸਕੂਲ ਵਿੱਚ ਸਿੱਖਿਆ, ਇਹ ਮੇਰਾ ਛੋਟਾ ਜਿਹਾ ਚਾਨਣ, ਮੈਂ ਇਸ ਨੂੰ ਚਮਕਣ ਦਿਆਂਗਾ। ਇਹ ਮੇਰਾ ਛੋਟਾ ਜਿਹਾ ਚਾਨਣ, ਮੈਂ ਇਸ ਨੂੰ ਚਮਕਣ ਦਿਆਂਗਾ। ਇਸ ਨੂੰ ਚਮਕਣ ਦਿਓ, ਇਸ ਨੂੰ ਚਮਕਣ ਦਿਓ, ਇਸ ਨੂੰ ਚਮਕਣ ਦਿਓ। ਇਸ ਨੂੰ ਟੋਪੇ ਨਾਲ ਨਾ ਢੱਕ ਦਿਓ, ਨਹੀਂ, ਮੈਂ ਇਸ ਨੂੰ ਚਮਕਣ ਦਿਆਂਗਾ। ਇਸ ਨੂੰ ਟੋਪੇ ਨਾਲ ਨਾ ਢੱਕ ਦਿਓ, ਨਹੀਂ, ਮੈਂ ਇਸ ਨੂੰ ਚਮਕਣ ਦਿਆਂਗਾ। ਇਸ ਨੂੰ ਚਮਕਣ ਦਿਓ, ਇਸ ਨੂੰ ਚਮਕਣ ਦਿਓ, ਹਰ ਵੇਲੇ ਇਸ ਨੂੰ ਚਮਕਣ ਦਿਓ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ 2 ਗੱਲਾਂ ਪ੍ਰਮੁੱਖ ਸੀਗੀਆਂ। ਪਹਿਲਾ ਲੂਣ ਦੀ ਸਿੱਖਿਆ ਅਤੇ ਦੂਜੀ ਚਾਨਣ ਬਾਰੇ। ਦੋਸਤੋ, ਪ੍ਰਭੂ ਯਿਸੂ ਜੀ ਲੂਕਾ ਦੀ ਅੰਜੀਲ ਦੇ ਵਿੱਚ ਕਹਿੰਦੇ ਹਨ ਕਿ ਲੂਣ ਤਾਂ ਚੰਗਾ ਹੈ, ਪਰ ਜੇਕਰ ਲੂਣ ਬੇਸਵਾਦ ਹੋ ਜਾਏ ਤਾਂ ਕਾਹਦੇ ਨਾਲ ਸੁਆਦੀ ਕੀਤਾ ਜਾਏਗਾ? ਉਹ ਨਾ ਤਾਂ ਖੇਤ ਨਾ ਰੂੜੀ ਦੇ ਕੰਮ ਦਾ ਹੈ। ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਦੋਸਤੋ, ਲੂਣ ਦੇ ਇਸ ਉਦਾਹਰਨ ਦੇ ਦੁਆਰਾ ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਸਾਨੂੰ ਇਨਸਾਨਾਂ ਨੂੰ ਸਾਡੀ ਅਹਿਮੀਅਤ ਸਮਝਾ ਰਹੇ ਹਨ। ਦੋਸਤੋ, ਲੂਣ ਦੇ ਅਸੀਂ ਬਹੁਤ ਸਾਰੇ ਫਾਇਦੇ ਵੇਖਦੇ ਹਾਂ। ਲੂਣ ਦਾ ਇਸਤੇਮਾਲ ਬਹੁਤ ਸਾਰੀ ਚੀਜ਼ਾਂ ਵਾਸਤੇ ਹੁੰਦਾ ਹੈ। ਇਹ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੇ ਕੰਮ ਆਉਂਦਾ ਹੈ। ਇਸ ਨੂੰ ਖਾਣ ਨਾਲ ਪਿਆਸ ਵੀ ਲੱਗਦੀ ਹੈ। ਦੋਸਤੋ,
ਕੀ ਤੁਹਾਡੇ ਅੰਦਰ ਕੋਈ ਅਜਿਹੀ ਚੀਜ਼ ਹੈ ਜੋ ਤੁਹਾਡੇ ਅੰਦਰ ਯਿਸੂ ਨੂੰ ਜਾਣਨ ਦੀ ਪਿਆਸ ਪੈਦਾ ਕਰਦੀ ਹੈ? ਇਸ ਤੋਂ ਬਾਅਦ ਅਸੀਂ ਚਾਨਣ ਬਾਰੇ ਗੌਰ ਕੀਤਾ। ਪ੍ਰਭੂ ਯਿਸੂ ਜੀ ਆਪ ਚਾਨਣ ਹਨ। ਉਹ ਇਸ ਸੰਸਾਰ ਦੇ ਵਿੱਚ ਦੁਨੀਆ ਦੇ ਲਈ ਚਾਨਣ ਬਣ ਕੇ ਆਏ, ਪਰ ਆਪਣੇ ਇੱਕ ਸੰਦੇਸ਼ ਵਿੱਚ ਉਹ ਮਨੁੱਖ ਜਾਤੀ ਨੂੰ ਕਹਿੰਦੇ ਹਨ ਕਿ ਤੁਸੀਂ ਦੁਨੀਆ ਦੇ ਚਾਨਣ ਹੋ। ਚਾਨਣ ਦੀ ਸੇਵਕਾਈ ਰੋਸ਼ਨੀ ਦੀ ਸੇਵਕਾਈ ਆ। ਇਸ ਦਾ ਕੰਮ ਹਨੇਰੇ ਵਿੱਚ ਰੋਸ਼ਨੀ ਪੈਦਾ ਕਰਨਾ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਚਾਨਣ ਦੀ ਖੂਬੀਆਂ ਨੂੰ ਵੇਖਿਆ। ਅਸੀਂ ਚਾਨਣ ਦੀ ਪ੍ਰਧਾਨਤਾ ਬਾਰੇ ਜਾਣਿਆ। ਅਸੀਂ ਚਾਨਣ ਦੇ ਮਹੱਤਵ ਨੂੰ ਜਾਣਦੇ ਹੋਏ ਵੇਖਿਆ ਕਿ ਇਸ ਦੀ ਰੋਸ਼ਨੀ ਸਪਸ਼ਟ ਨਜ਼ਰ ਆਉਣੀ ਚਾਹੀਦੀ ਹੈ। ਚਾਨਣ ਨੂੰ ਥੋੜੀ ਦੂਰ ਤੱਕ ਨਹੀਂ, ਸਗੋਂ ਦੂਰ ਦੂਰ ਤੱਕ ਆਪਣੀ ਰੋਸ਼ਨੀ ਫੈਲਾਉਣੀ ਚਾਹੀਦੀ ਹੈ। ਦੁਨੀਆ ਦੇ ਚਾਨਣ ਹੋਣ ਕਰਕੇ ਅੱਜ ਸਾਡੇ ਉੱਤੇ ਜ਼ਿੰਮੇਵਾਰੀ ਹੈ ਕਿ ਅਸੀਂ ਕਿਤੇ ਵੀ ਹੋਈਏ, ਕਿਸੇ ਵੀ ਪਰਿਸਥਿਤੀ ਵਿੱਚ ਹੋਈਏ, ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਚਾਨਣ ਵਾਂਗ ਚਮਕੀਏ ਅਤੇ ਆਪਣੇ ਚਾਨਣ ਨੂੰ ਹਨੇਰਾ ਦੂਰ ਕਰਨ ਲਈ ਦੂਰ ਤੱਕ ਫੈਲਾਈਏ। ਅਸੀਂ ਇਹ ਵੀ ਵੇਖਿਆ ਕਿ ਚਮਕਣ ਦੇ ਲਈ ਇੱਕ ਕੀਮਤ ਚੁਕਾਉਣੀ ਪੈਂਦੀ ਹੈ। ਮੋਮਬੱਤੀ ਆਪਣੇ ਆਪ ਨੂੰ ਖਤਮ ਕੀਤੇ ਬਗੈਰ ਚਾਨਣ ਨਹੀਂ ਦੇ ਸਕਦੀ। ਯਿਸੂ ਜੀ ਨੇ ਮਨੁੱਖ ਜਾਤੀ ਨੂੰ ਚਮਕਾਉਣ ਦੇ ਲਈ ਆਪਣੇ ਆਪ ਨੂੰ ਖਤਮ ਕਰ ਦਿੱਤਾ। ਬਾਈਬਲ ਕਹਿੰਦੀ ਹੈ ਕਿ ਪਹਿਲਾਂ ਤੁਸੀਂ ਹਨੇਰੇ ਵਿੱਚ ਸੀ, ਪਰ ਹੁਣ ਤੁਸੀਂ ਚਾਨਣ ਵਿੱਚ ਆ ਗਏ ਹੋ। ਤੁਸੀਂ ਜਗਤ ਦੇ ਚਾਨਣ ਦੁਆਰਾ ਰੋਸ਼ਨ ਕੀਤੇ ਗਏ ਹੋ। ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡਾ ਚਾਨਣ ਸਭ ਲੋਕਾਂ ਦੇ ਉੱਤੇ ਚਮਕੇ ਅਤੇ ਤੁਹਾਡੇ ਸਭ ਕੰਮਾਂ ਨੂੰ ਵੇਖ ਕੇ ਲੋਕ ਪਰਮੇਸ਼ਰ ਦੀ ਵਡਿਆਈ ਕਰਨ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਹਾਂ ਤਾਂ ਤੁਸੀਂ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਪ੍ਰੋਗਰਾਮ ਬਾਰੇ ਸਾਨੂੰ ਜ਼ਰੂਰ ਦੱਸੋ। ਸਾਨੂੰ ਤੁਹਾਡੇ ਫੋਨ ਦਾ ਇੰਤਜ਼ਾਰ ਰਹੇਗਾ। ਆਓ ਹੁਣ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਅਤੇ ਦੁਆ ਕਰਦੇ ਹਾਂ। ਸਾਡੇ ਦਿਆਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਅਸੀਂ ਤੁਹਾਡੇ ਚਰਨਾਂ ਵਿੱਚ ਆਉਂਦੇ ਹਾਂ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਾਡੀ ਮਦਦ ਕੀਤੀ। ਅਸੀਂ ਜਾਣ ਸਕੇ ਲੂਣ ਦੀ ਮਹੱਤਵਤਾ ਦੇ ਬਾਰੇ, ਅਸੀਂ ਜਾਣ ਸਕੇ ਚਾਨਣ ਦੀ ਮਹੱਤਵਤਾ ਦੇ ਬਾਰੇ। ਪ੍ਰਭੂ ਜੀ, ਤੁਸੀਂ ਸਾਨੂੰ ਇਸ ਜਗਤ ਦੇ ਚਾਨਣ ਬਣਾਇਆ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਇਸ ਜਗਤ ਦੇ ਲੂਣ ਕਿਹਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਸਾਡੀ ਪ੍ਰਾਰਥਨਾ ਹੈ ਕਿ ਇਹ ਦੋਨੋਂ ਖੂਬੀਆਂ ਸਾਡੇ ਜੀਵਨ ਦੇ ਵਿੱਚ ਹੋਣ, ਤਾਂ ਕਿ ਪਿਤਾ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਅਸੀਂ ਹੋਰਨਾਂ ਲੋਕਾਂ ਦੇ ਲਈ ਚਾਨਣ ਬਣ ਕੇ ਪ੍ਰਭੂ ਤੁਹਾਡੀ ਮਹਿਮਾ ਕਰ ਸਕੀਏ। ਹੋਰਨਾਂ ਲੋਕਾਂ ਵਾਸਤੇ ਪ੍ਰਭੂ ਲੂਣ ਬਣ ਕੇ ਪਿਤਾ ਪਰਮੇਸ਼ਰ ਤੁਹਾਡਾ ਸਵਾਦ ਉਹਨਾਂ ਨੂੰ ਦੇ ਸਕੀਏ। ਪਿਆਰੇ ਪਿਤਾ ਪਰਮੇਸ਼ਰ, ਜਿੰਨੇ ਵੀ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ, ਉਹਨਾਂ ਸਾਰਿਆਂ ਨੂੰ ਤੁਸੀਂ ਬਹੁਤ ਬਰਕਤ ਦਿਓ। ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ। ਅਸੀਂ ਇਹ ਪ੍ਰਾਰਥਨਾ ਸਾਡੇ ਉद्धारकर्ता ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।